ਸਤਿ ਸ਼੍ਰੀ ਅਕਾਲ। ਮੈਂ ਸੁਖਵਿੰਦਰ ਸਿੰਘ ਸਿੱਧੂ ਰੋਜ਼ਾਨਾ ਲੋਕਨਾਥ ਟੀਵੀ ਦੇ ਖਾਸ ਪ੍ਰੋਗਰਾਮ ਖਬਰ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਅੱਜ ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਹੈ। ਹੁਣ ਤੋਂ ਥੋੜੀ ਦੇਰ ਬਾਅਦ ਜਿਹੜੇ ਭੋਗ ਦੇ ਸਮਾਗਮ ਸ਼ੁਰੂ ਹੋ ਜਾਣੇ ਆ, ਪਰ ਭੋਗ ਦੇ ਸਮਾਗਮ ਤੋਂ ਪਹਿਲਾਂ ਇਹ ਭੋਗ ਤੇ ਹੀ ਵਿਸ਼ੇਸ਼ ਜਿਹੜਾ ਪ੍ਰੋਗਰਾਮ ਸਾਡਾ ਰਹੇਗਾ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਮੂਸੇਵਾਲੇ ਨਾਲ ਸੰਬੰਧਿਤ ਜਿਹੜਾ ਪੂਰੇ ਪੰਜਾਬ ਦੇ ਵਿੱਚ ਨਹੀਂ ਸਗੋਂ ਪੂਰੇ ਵਰਲਡ ਦੇ ਵਿੱਚ ਜਿਹੜਾ ਦੁੱਖ ਮਨਾਇਆ ਜਾ ਰਿਹਾ ਹੈ। ਉੱਥੇ ਵੱਖ-ਵੱਖ ਲੋਕ ਜਿਹੜੇ ਆ ਵੱਖ-ਵੱਖ ਪਾਰਟੀਆਂ ਨੂੰ ਦੋਸ਼ੀ ਠਹਿਰਾ ਰਹੇ ਨੇ, ਕੋਈ ਸਰਕਾਰ ਨੂੰ ਦੋਸ਼ੀ ਠਹਿਰਾ ਰਿਹਾ। ਉਧਰ ਹੁਣ ਮੂਸੇਵਾਲੇ ਦੇ ਪਰਿਵਾਰ ਨੂੰ ਜਿਹੜੀ ਆ ਸੁਰੱਖਿਆ ਭਾਰੀ ਦਿੱਤੀ ਗਈ ਹੈ, ਜਿਪਸੀ ਤੱਕ ਦਿੱਤੀ ਗਈ ਹੈ। ਇਸ ਤੇ ਗੱਲਬਾਤ ਕਰਾਂਗੇ ਕਿ ਹੁਣ ਉਹਨਾਂ ਨੂੰ ਸੁਰੱਖਿਆ ਦੀ ਕੀ ਲੋੜ ਹੈ, ਪਹਿਲਾਂ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ, ਕਿਵੇਂ ਭਗਵੰਤ ਮਾਨ ਸਰਕਾਰ ਜਿਹੜੀ ਉਹ ਮੁੱਕਰੀ ਹੈ। ਹੋਰ ਬਹੁਤ ਸਾਰੀਆਂ ਗੱਲਾਂ ਅੱਜ ਮੂਸੇਵਾਲੇ ਦੇ ਪਰਿਵਾਰ ਨਾਲ ਸੰਬੰਧਿਤ ਜਿਹੜੀਆਂ ਉਹ ਕਰਾਂਗੇ। ਉਹਨਾਂ ਸਿਕਿਉਰਿਟੀ ਨਾਲ ਸੰਬੰਧਿਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਅੱਜ ਮੂਸੇਵਾਲੇ ਦਾ ਜਿਹੜਾ ਭੋਗ ਹੈ ਤੇ ਮੈਂ ਇੱਕ ਵੀਡੀਓ ਸੁਣ ਰਿਹਾ ਸੀਗਾ, ਕਹਿੰਦੇ ਸੀਗੇ ਕਿ ਮੂਸੇਵਾਲਾ ਜਿਹੜਾ ਉਹਦਾ ਜੇ ਤੁਸੀਂ ਸ਼ੋਅ ਕਰਵਾਉਣਾ ਹੈ ਤਾਂ ਕਹਿੰਦੇ 7-8 ਕਿੱਲਿਆਂ ਦੇ ਵਿੱਚ ਟੈਂਟ ਤੇ 3 ਜ਼ਿਲ੍ਹਿਆਂ ਦੀ ਕਹਿੰਦੇ ਪੁਲਿਸ ਚਾਹੀਦੀ ਆ, ਉਹਦੇ ਜਿਹੜੇ ਫੈਨਸ ਇੰਨੇ ਕੁ ਆ ਜਾਂਦੇ ਆ। ਤੇ ਉਹ ਤਾਂ ਸੀ ਸ਼ੋਅ ਦੀ ਗੱਲ। ਅੱਜ ਮੂਸੇਵਾਲੇ ਦਾ ਭੋਗ ਹੈ, ਅੱਜ ਵੀ ਉੱਥੇ ਕਈ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਬੁਲਾਉਣੀ ਪਈ ਹੈ ਤੇ ਕਈ ਕਿੱਲਿਆਂ ਦੇ ਵਿੱਚ ਟੈਂਟ ਲਾਉਣਾ ਪਿਆ। ਅੰਕ ਸਾਹਿਬ, ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਉਸ ਦੀ ਇਸ ਕਮਾਈ ਦੇ ਬਾਰੇ ਪਤਾ ਕਰੀਏ, ਕਿਉਂਕਿ ਲੋਕ ਕਹਿੰਦੇ ਨੇ ਕਿ ਬੰਦੇ ਦੀ ਅਸਲੀ ਕਮਾਈ ਦਾ ਪਤਾ ਉਹਦੇ ਮਰਨ ਤੋਂ ਬਾਅਦ ਸਿਵਿਆਂ ਨੂੰ ਜਾਂਦਾ ਜਿਹੜਾ ਇਕੱਠ ਦੱਸਦਾ ਹੈ, ਉਸਦੇ ਭੋਗ ਤੇ ਹੋਇਆ ਇਕੱਠ ਦੱਸਦਾ ਹੈ। ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਅੱਜ ਤਾਂ ਜਿਹੜਾ ਦਿਨ ਬੜਾ ਤਰਾਸਦਿਕ ਦਿਨ ਹੋਏਗਾ ਉਸਦੇ ਮਾਪਿਆਂ ਵਾਸਤੇ, ਉਸਦੇ ਫੈਨਸ ਵਾਸਤੇ, ਉਹਦੇ ਚਾਹਣ ਵਾਲਿਆਂ ਵਾਸਤੇ ਤੇ ਉਸਦੇ ਬਾਕੀ ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਤੇ ਲੋਕਾਂ ਵਾਸਤੇ ਜਿਹੜੇ ਉਹਨੂੰ ਪਿਆਰ ਕਰਦੇ ਸਨ। ਅੱਜ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਨਾਂ ਕਦੀ ਕਿਸੇ ਨੇ ਨਹੀਂ ਲੈਣਾ, ਜਾਂ ਉਸ ਦੀ ਯਾਦ ਵਿੱਚ ਕਦੇ ਕਿਸੇ ਨੇ ਨਹੀਂ ਲੈਣਾ। ਯਾਨੀ ਉਹਦੇ ਜਿਹੜੀ ਰਸਮਾਂ ਸੀ ਉਹਦੇ ਭੋਗ ਨਾਲ ਸੰਬੰਧਿਤ ਅੱਜ ਤੋਂ ਬਾਅਦ ਜਿਹੜੀਆਂ ਉਹ ਖਤਮ ਹੋ ਜਾਣਗੀਆਂ, ਹੁਣ ਸਿਰਫ ਯਾਦਾਂ ਦੇ ਵਿੱਚ ਰਹੇਗਾ। ਨਹੀਂ, ਮੈਂ ਉਹ ਉਧਰ ਹੀ ਲੱਗਾ ਸਾਂ ਕਿ ਅੱਜ ਤੋਂ ਬਾਅਦ ਉਸ ਦੀ ਯਾਦ ਦਾ ਇਹ ਅੰਤਮ ਇਕੱਠ ਹੋਵੇਗਾ। ਜਿਸ ਤਰੀਕੇ ਨਾਲ ਤੁਸੀਂ ਇਕੱਠ ਨੂੰ ਡਿਫਾਈਨ ਕਰ ਰਹੇ ਸੀ ਕਿ ਜੇਕਰ ਉਸ ਦਾ ਅਖਾੜਾ ਲਾਉਣਾ ਤਾਂ 3 ਜ਼ਿਲ੍ਹਿਆਂ ਦੀ ਪੁਲਿਸ ਜਾਂ ਇਸ ਤਰੀਕੇ ਦਾ, ਅੱਜ ਉਸ ਦਾ ਅੰਤਮ ਅਸੀਂ ਕਹਿ ਸਕਦੇ ਕਿ ਉਸ ਦੀ ਯਾਦ ਵਿੱਚ ਲੱਗਣ ਵਾਲਾ ਇਕੱਠ ਹੋਵੇਗਾ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਹਮੇਸ਼ਾ ਜ਼ਿੰਦਾ ਰਹੇਗਾ ਲੋਕਾਂ ਦੀਆਂ ਯਾਦਾਂ ਦੇ ਵਿੱਚ। ਲੋਕਾਂ ਦੇ ਆਪਣੇ ਗੀਤਾਂ ਕਰਕੇ ਲੋਕ ਉਸਨੂੰ ਸੁਣਨਗੇ। ਮੈਂ ਉਸ ਪੱਧ 'ਚ ਗੱਲ ਕਰ ਰਿਹਾ ਸੀ। ਪਰ ਜਿਸ ਤਰੀਕੇ ਨਾਲ ਅੱਜ ਦਾਣਾ ਮੰਡੀ 'ਚ ਉਸਦਾ ਅੰਤਮ ਅਰਦਾਸ ਭੋਗ ਜਿਹੜਾ ਹੈ ਉਹ ਪਾਇਆ ਜਾਣਾ ਬਹੁਤ ਔਖਾ ਹੁੰਦਾ ਕਿ ਇਹੋ ਜਿਹੇ ਸ਼ਬਦ ਕਿਸੇ ਉਸ ਨੌਜਵਾਨ ਵਾਸਤੇ ਵਰਤਣੇ ਕਿ ਜਿਸਨੇ ਆਪਣੀ ਹਯਾਤੀ ਦਾ ਅਜੇ ਅੱਧਾ ਸਫ਼ਰ ਵੀ ਪੂਰਾ ਨਾ ਕੀਤਾ ਹੋਵੇ। ਤੇ ਅੱਜ ਅਸੀਂ ਇਸਦੇ ਭੋਗ ਦੀਆਂ ਜਾਂ ਅੰਤਮ ਅਰਦਾਸ ਦੀ ਗੱਲ ਜਿਹੜੀ ਆ ਉਹ ਕਰਨ ਲੱਗੇ ਹਾਂ ਬੜੇ ਦੁਖੀ ਮਨ ਦੇ ਨਾਲ। ਖੈਰ, ਜੋ ਵਿਅਕਤੀ ਚਲਾ ਗਿਆ ਉਸ ਦੇ ਸੰਬੰਧੀ ਤਾਂ ਫਿਰ ਇਹ ਗੱਲ ਕਰਨੀ ਕੁਦਰਤੀ ਤੌਰ ਤੇ ਹੈ ਹੀ ਆ। ਤਾਂ ਅੱਜ ਜਿਸ ਤਰੀਕੇ ਦਾ ਦੇਸ਼ ਵਿਦੇਸ਼ਾਂ ਤੋਂ, ਭਾਰਤ ਦੇ ਵੱਖ-ਵੱਖ ਥਾਵਾਂ ਤੋਂ, ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਿਸ ਤਰੀਕੇ ਨਾਲ ਲੋਕ ਵਹੀਰਾਂ ਕੱਤ ਕੇ ਦੇਰ ਰਾਤ ਦੇ ਚੱਲੇ ਨੇ ਤੇ ਅੱਜ ਸਵੇਰੇ ਉੱਥੇ ਪਹੁੰਚੇ ਨੇ, ਤਾਂ ਜਦੋਂ ਤੱਕ ਭੁੱਖ ਪੈਣਾ ਉਦੋਂ ਤੱਕ ਸ਼ਾਇਦ ਉੱਥੇ ਦਿਲ ਸੁੱਟਣ ਨੂੰ ਵੀ ਜਗ੍ਹਾ ਜਿਹੜੀ ਆ ਉਹ ਨਹੀਂ ਹੋਵੇਗੀ। ਔਰ ਇਹ ਸਭ ਕੁਝ ਜਿਹੜਾ ਹੈ ਇਹ ਉਸਦੇ ਉਸ ਪਿਆਰ ਦਾ ਹੀ ਸਿੱਟਾ ਆ ਜਿਹੜਾ ਉਸਨੇ ਆਪਣੀ ਗਾਇਕੀ ਦੇ ਕਮਾਲ ਦੇ ਸਦਕਾ ਜਿਹੜੀ ਕਮਾਈ ਉਸਨੇ ਕੀਤੀ। ਆਪਣੇ ਪਿਆਰ ਕਰਨ ਵਾਲਿਆਂ ਦਾ ਇੱਕ ਤਗੜਾ ਅਸੀਂ ਕਹਿ ਸਕਦੇ ਇਕੱਠ ਨੂੰ ਆਪਣੇ ਪਿੱਛੇ ਛੱਡ ਕੇ ਜਾ ਰਿਹਾ। ਤੇ ਅੱਜ ਉਹ ਸਾਰੇ ਲੋਕ ਜਿਹੜੇ ਨੇ ਜਿਹੜੇ ਉਸਨੂੰ ਪਿਆਰ ਕਰਦੇ ਨੇ, ਜਿਹੜੇ ਉਸਨੂੰ ਸੁਣਦੇ ਨੇ, ਉਸਦੀ ਯਾਦ ਵਿੱਚ ਅੱਜ ਉੱਥੇ ਉਹ ਇਕੱਠੇ ਹੋਣਗੇ। ਤਾਂ ਇਹ ਜਿਹੜਾ ਇਕੱਠ ਹੈ ਇਹ ਬਹੁਤ ਕੁਝ ਅੱਜ ਉੱਥੇ ਦੱਸ ਕੇ ਜਾਵੇਗਾ। ਇੱਕ ਤਾਂ ਇਹ ਦੱਸੇਗਾ ਕਿ ਕਿਵੇਂ ਸਰਕਾਰਾਂ ਦੀ ਹੋਕੀ ਜਿਹੜੀ ਅਸੀਂ ਕਹਿ ਸਕਦੇ ਹਾਂ ਫੁਕਰੇਬਾਜੀ ਸ਼ਬਦ ਮੈਂ ਕਹਾਂਗਾ ਕਿ ਆਪਣੀ ਪਿੱਠ ਥਾਪਣ ਵਾਸਤੇ ਕਿਸ ਤਰੀਕੇ ਦੇ ਨਾਲ ਸਿਕਿਉਰਟੀਆਂ ਘੱਟ ਲੈਣ ਕਰਕੇ ਏਡੇ ਵੱਡੇ ਗਾਇਕ ਦਾ ਫਿਰ ਪ੍ਰਚਾਰ ਕਰਨਾ ਕਿ ਉਸਦੀ ਸਿਕਿਉਰਟੀ ਵੀ ਵਾਪਸ ਲੈ ਲਈ ਗਈ। ਮੈਂ ਕਰਨ ਲੱਗਿਆ ਸੀਗਾ ਕਿ ਹੁਣ ਪਤਾ ਲੱਗਿਆ ਕਿ ਸਿੱਧੂ ਮੂਸੇਵਾਲੇ ਦੇ ਮਾਂ ਅਤੇ ਪਿਓ ਨੂੰ 5 ਕਹਿੰਦੇ ਗਨਮੈਨ ਦਿੱਤੇ ਗਏ ਆ। ਰਿਪੋਰਟ ਛਪੀ ਹੈ ਅਖਬਾਰ ਦੇ ਵਿੱਚ ਕਿ 5 ਗਨਮੈਨ ਦਿੱਤੇ ਗਏ ਆ ਔਰ ਇੱਕ ਜਿਪਸੀ ਵੀ ਉਹਨਾਂ ਨੂੰ ਦਿੱਤੀ ਗਈ ਹੈ। ਇਹ ਹੁਣ ਸਵਾਲ ਜਿਹੜੇ ਅਣਖੀ ਸਾਹਿਬ ਇਹ ਖੜੇ ਹੁੰਦੇ ਆ ਕਿ ਜੇ ਮੂਸੇਵਾਲੇ ਨੂੰ ਹੀ
ਜਿਹੜੇ 2 ਬੰਦੇ ਉਹਨਾਂ ਦੇ ਕੱਟੇ ਗਏ ਸੀ, ਜੇ ਉਹੀ 2 ਬੰਦੇ ਹੋਰ ਦਿੱਤੇ ਹੁੰਦੇ ਇਹ ਦੱਸ ਦੇਣ ਦੀ ਬਜਾਏ, ਤਾਂ ਅੱਜ ਉਹ ਜਿਹੜਾ ਮਹਾਨ ਫਨਕਾਰ ਜਿਹੜਾ ਉਹ ਸਾਡੇ ਵਿੱਚ ਹੋਣਾ ਸੀ। ਔਰ ਮੈਂ ਨਾਲ ਦੀ ਨਾਲ ਗੱਲ ਉਹ ਵੀ ਆਪਣੀ ਟੀਮ ਨੂੰ ਕਹਾਂਗਾ ਕਿ ਦਿਖਾਉਣ ਕਿ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਆਪਣੀ ਜਿਹੜੀ ਪਿੱਠ ਥਾਪੜੀ ਸੀ ਕਿ ਸਿਕਿਉਰਿਟੀ ਕੱਟਣ ਤੋਂ ਬਾਅਦ ਉਹ ਜਿਹੜੀ ਆ ਫੋਟੋ ਦਿਖਾਈ ਜਾਵੇ। ਆਹ ਦੇਖੋ, ਆਮ ਆਦਮੀ ਪਾਰਟੀ ਦੇ ਦੇਸ਼ ਦੇ ਪੇਜ ਤੇ, ਜਿਹੜਾ ਨੈਸ਼ਨਲ ਪੇਜ ਦੇ ਉੱਪਰ ਆਮ ਆਦਮੀ ਪਾਰਟੀ ਦੇ ਇਹ ਜਿਹੜਾ ਹੈਗਾ ਇਹ ਪੋਸਟਰ ਉਦੋਂ ਪਾਇਆ ਸੀਗਾ ਆਮ ਆਦਮੀ ਪਾਰਟੀ ਨੇ ਖੁਦ। ਹਾਲਾਂਕਿ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਦਿੱਲੀ ਵਾਲੇ ਪੇਜ ਅਤੇ ਪੰਜਾਬ ਦੇ ਪੇਜ ਤੋਂ ਸਿੱਧੂ ਮੂਸੇਵਾਲੇ ਦੀ ਮੌਤ ਹੋਣ ਤੋਂ ਬਾਅਦ ਔਰ ਸਿੱਧੂ ਮੂਸੇਵਾਲੇ ਦੇ ਸਵਾਲ ਉੱਠਣ ਤੋਂ ਬਾਅਦ ਔਰ ਸਿੱਧੂ ਮੂਸੇਵਾਲੇ ਦੇ ਕਾਤਲ ਦੀ ਜ਼ਿੰਮੇਵਾਰੀ ਜਿਹੜੀ ਆ ਇਸ VIP ਸਿਕਿਉਰਿਟੀ ਕਰਕੇ ਸਰਕਾਰ ਤੇ ਥੋਪਣ ਤੋਂ ਬਾਅਦ ਇਹ ਪੋਸਟਾਂ ਜਿਹੜੀਆਂ ਡਿਲੀਟ ਕਰ ਦਿੱਤੀਆਂ ਗਈਆਂ ਸੀ। ਪਰ ਸਾਡੇ ਵੱਲੋਂ ਕੁਝ ਪਹਿਲਾਂ ਸਕਰੀਨਸ਼ਾਟ ਮਾਰ ਕੇ ਰੱਖੇ ਗਏ ਸੀ ਔਰ ਕੁਝ ਪੇਜਾਂ ਤੇ ਇਹਨਾਂ ਦੇ ਵੱਲੋਂ ਡਿਲੀਟ ਨਹੀਂ ਕੀਤੀਆਂ ਗਈਆਂ। ਸ਼ਾਇਦ ਇਹਨਾਂ ਦਾ ਚੇਤਾ ਭੁੱਲ ਗਿਆ, ਕਿਉਂਕਿ ਮੇਨ ਪੰਜਾਬ ਦੇ ਜਿਹੜੇ ਪੇਜ ਸੀ, ਭਗਵੰਤ ਮਾਨ ਦਾ ਪੇਜ ਸੀ, ਉਹ ਤੇ ਵੀ ਜਿਹੜੀ ਸਾਨੂੰ ਉਹ ਤਸਵੀਰ ਨਹੀਂ ਇਹ ਪੋਸਟਰ ਮਿਲਿਆ ਜਿਹੜਾ ਪਹਿਲਾਂ ਦੇਖਣ ਨੂੰ ਮਿਲਦਾ ਸੀ, ਜਿਹੜੀ ਆਪਣੀ ਪਿੱਠ ਥਾਪੜੀ ਸੀ। ਅਣਖੀ ਸਾਹਿਬ ਹੁਣ ਸਾਰਿਆਂ ਨੂੰ ਕਹਿੰਦੇ ਕਿ 424 ਦੀਆਂ 24 ਨੂੰ ਜਿਹੜੀ ਸਿਕਿਉਰਿਟੀ ਜਿਹੜੀ ਉਹ ਵਾਪਸ ਦੇ ਦਿੱਤੀ ਹੈ ਕਿ ਭਾਈ ਅਸੀਂ ਤਾਂ ਘੱਲੂ ਘਾਰੇ ਕਰਕੇ, ਕਿਉਂਕਿ DGP ਨੇ ਉਦੋਂ ਬਿਆਨ ਦਿੱਤਾ ਸੀਗਾ ਕਿ ਘੱਲੂ ਘਾਰੇ ਕਰਕੇ ਸਿਕਿਉਰਿਟੀ ਜਿਹੜੀ ਕੱਟੀ ਆ। ਤਾਂ ਆਹ ਹੁਣ ਆ ਜਿਹੜਾ ਪੋਸਟਰ ਦੇਖ ਕੇ ਤੁਸੀਂ ਕਿਵੇਂ ਦੇਖ ਰਹੇ ਹੋ? ਜੇ ਘੱਲੂ ਘਾਰੇ ਕਰਕੇ ਕੱਟੀ ਸੀ ਤਾਂ ਫਿਰ ਇਹ ਲਿਖਣ ਦੀ ਕੀ ਲੋੜ ਸੀ, ਪੰਜਾਬ ਨੇ VIP ਕਲਚਰ ਪਰ ਇੱਕ ਔਰ ਚੋਟ, ਔਰ ਪੰਜਾਬ ਦੇ ਵਿੱਚ VIP ਦੀ ਨਹੀਂ ਸਗੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਪਿੱਟ ਥਾਪੜ ਨੂੰ ਲੈ ਕੇ ਤੇ ਹੁਣ ਜਿਵੇਂ 424 ਜਿਹੜੇ ਆ ਉਹ ਜਣਿਆਂ ਦੀ ਜਿਨ੍ਹਾਂ ਦੀ ਸਿਕਿਉਰਿਟੀ ਕੱਟੀ ਸੀ ਉਹਨਾਂ ਨੂੰ ਦੁਬਾਰਾ ਸਿਕਿਉਰਿਟੀ ਨੂੰ ਲੈ ਕੇ ਦੇਣ ਨੂੰ ਲੈ ਕੇ ਤੇ ਕਿਵੇਂ ਦੇਖਦੇ ਹੋ ਕਿ ਥੁੱਕ ਕੇ ਚੱਟਿਆ? ਔਰ ਉਸੇ ਤੇ ਵੀ ਗੱਲ ਕਰਾਂਗੇ ਨਾਲ ਦੀ ਨਾਲ ਕਿ ਭਾਈ ਜੇ ਇਹੀ ਸਿਕਿਉਰਿਟੀ ਮੂਸੇਵਾਲੇ ਨੂੰ ਦਿੱਤੀ ਜਾਂਦੀ ਤਾਂ ਅੱਜ ਮਹਾਨ ਫਨਕਾਰ ਜਿਹੜਾ ਉਹ ਸਾਡੇ ਵਿੱਚ ਹੁੰਦਾ। ਦੇਖੋ ਸੁਖਵਿੰਦਰ ਜੀ, ਇਹ ਜੋ ਇਸ਼ਤਿਹਾਰ ਜਿਹੜਾ ਅਸੀਂ ਆਪਣੀ ਸਕਰੀਨ ਤੇ ਦਿਖਾ ਰਹੇ ਹਾਂ, ਇਹ ਪਿੱਠ ਥਾਪੜਨ ਦੀ ਤੇ ਗੱਲ ਵੱਖਰੀ ਆ। ਇਹ ਇੱਕ ਅਨੁਭਵਹੀਨ ਸਰਕਾਰ ਦਾ ਉਹ ਦਰਪਣ ਆ, ਉਹ ਸ਼ੀਸ਼ਾ ਆ ਕਿ ਜਿਹੜਾ ਉਹਨੇ ਆਪ ਹੀ ਆਪਣੇ ਲੋਕਾਂ ਨੂੰ ਦਿਖਾ ਦਿੱਤਾ। ਇੱਥੇ ਸਰਕਾਰ ਦਾ ਐਕਸਪੀਰੀਅੰਸ, ਸਰਕਾਰ ਦਾ ਤਜਰਬਾ ਤੇ ਸਰਕਾਰ ਚਲਾਉਣ ਵਾਲਿਆਂ ਦਾ ਅਨਾੜੀਪਨ ਜਿਹੜਾ ਉਹ ਸਾਹਮਣੇ ਆਉਂਦਾ ਕਿ ਠੀਕ ਆ, ਲੋਕਾਂ ਨੇ ਇੱਕ ਸਪਸ਼ਟ ਬਹੁਮਤ ਦੇ ਕੇ ਤੁਹਾਨੂੰ ਬਾਗਡੋਰ ਰਾਜ ਦੀ ਫੜਾ ਤਾਂ ਦਿੱਤੀ, ਪਰ ਕੀ ਤੁਸੀਂ ਉਸ ਰਾਜ ਨੂੰ ਚਲਾਉਣ ਦੇ ਯੋਗ ਹੈ ਜੀ? ਕੀ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਦੇ ਯੋਗ ਹੈ ਜੀ? ਜਾਂ ਸਿਰਫ ਤੇ ਸਿਰਫ ਆਪਣੀ ਪਿੱਠ ਹੀ ਥਾਪੜਨੀ ਹੈ, ਜਾਂ ਬਦਲਾਵ ਦੇ ਨਾਂ ਤੇ ਨਾਅਰਾ ਦੇ ਕੇ ਕੁਝ ਅਜਿਹਾ ਸੱਜਣਾ ਜਿਹਦੇ ਉੱਤੇ ਸ਼ਾਇਦ ਤੁਹਾਨੂੰ ਲੋਕਾਂ ਦੀਆਂ ਲਾਸ਼ਾਂ ਤੋਂ ਹੀ ਟੱਪ ਕੇ ਜਾਣਾ ਪਏ, ਜਿਸ ਦੀ ਤਾਜ਼ਾ ਮਿਸਾਲ ਸਿੱਧੂ ਮੂਸੇਵਾਲੇ ਦਾ ਕਤਲ ਹੈਗਾ। ਜਿਸ ਤਰੀਕੇ ਦਾ ਇਹਦੇ ਵਿੱਚ ਤੁਸੀਂ ਦਿਖਾ ਰਹੇ ਜੀ, ਜਾਂ ਮਾਫ ਕਰਨਾ, ਤੁਸੀਂ ਨਹੀਂ ਦਿਖਾ ਰਹੇ, ਜਿਸ ਤਰੀਕੇ ਨਾਲ ਇਸ਼ਤਿਹਾਰ ਦੇ ਵਿੱਚ ਦਿਖਾਇਆ ਗਿਆ ਬਕਾਇਦਾ ਤੌਰ ਤੇ ਨਾਮ ਲੈ ਕੇ ਕਿ ਉਸਦੀ ਸਿਕਿਉਰਿਟੀ ਜਿਹੜੀ VIP ਕਲਚਰ ਤੇ ਇੱਕ ਹੋਰ ਮਾਰ, ਭਗਵੰਤ ਮਾਨ ਦੀ ਸਰਕਾਰ ਚ ਇੱਕ ਹੋਰ ਮਾਰ। ਇਸ ਤੋਂ ਸਾਬਤ ਕੀ ਹੁੰਦਾ ਕਿ ਜੇਕਰ ਇਹ ਇਸ਼ਤਿਹਾਰ, ਚਲੋ ਸਿਕਿਉਰਿਟੀ ਤੁਸੀਂ ਵਾਪਸ ਲੈਣੀ ਹੀ ਲੈ ਲਓ, ਅੱਧੀ ਕਰ ਦਿਓ, ਪਰ ਉਸਦਾ ਪ੍ਰਚਾਰ ਕਰਨ ਦਾ ਕੋਈ ਵੀ ਅਰਥ ਜਿਹੜਾ ਨਹੀਂ ਸੀ ਰਹਿ ਜਾਂਦਾ। ਤੁਸੀਂ ਬੜਾ ਵਧੀਆ ਸ਼ਬਦ ਕਿਹਾ, ਥੁੱਕ ਕੇ ਚੱਟਣਾ। ਤਾਂ ਹੋਰ ਇਸ ਤੋਂ ਬਾਅਦ ਥੁੱਕ ਕੇ ਚੱਟਣ ਦੀ ਵੱਡੀ ਹੋਰ ਉਦਾਹਰਨ ਕੀ ਹੋ ਸਕਦੀ ਆ ਕਿ ਜਦੋਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿਕਿਉਰਿਟੀ ਵਾਪਸ ਲੈ ਲਈ, ਅਗਲਾ ਵੀ ਕਹਿੰਦਾ ਕਿ ਇਹ ਵੀ ਲੈ ਲਓ। ਹੁਣ ਤੁਸੀਂ ਤਰਲੇ ਮਾਰ ਕੇ ਉਸ ਨੂੰ ਸਿਕਿਉਰਿਟੀ ਦੇ ਰਹੇ ਜੇ ਕਿ ਨਹੀਂ ਬਾਬਾ ਜੀ ਤੁਸੀਂ ਸਿਕਿਉਰਿਟੀ ਜਥੇਦਾਰ ਦੀ ਇਹ ਕੋਈ ਪਹਿਲਾ ਫੈਸਲਾ ਨਹੀਂ ਹੈ, ਇਹ ਕੋਈ ਪਹਿਲਾ ਫੈਸਲਾ ਨਹੀਂ ਹੈ ਜਿੱਥੇ ਸਰਕਾਰ ਨੇ ਥੁੱਕ ਕੇ ਚੱਟਿਆ ਹੋਵੇ। ਸਗੋਂ ਦੀ ਬਹੁਤ ਸਾਰੇ ਇਹੋ ਜਿਹੇ ਫੈਸਲੇ ਆ, ਵਾਰ-ਵਾਰ ਇਹੋ ਜਿਹੇ ਫੈਸਲੇ ਜਿਹੜੇ ਲਏ ਗਏ ਕਿ ਥੁੱਕ ਕੇ ਚੱਟਣ ਵਾਲੀ ਜਿਹੜੀ ਗੱਲ ਸਰਕਾਰ ਦੇ ਮੁੱਖ ਕੀਤੀ। ਮੈਂ ਉਸੇ ਤੇ ਫੇਰ ਆਊਂਗਾ ਸਾਹਿਬ। ਹੁਣ 4 ਗਨਮੈਨ ਸੀ ਮੂਸੇਵਾਲੇ ਕੋਲੇ, ਸਰਕਾਰ ਜਦੋਂ ਕਾਂਗਰਸ ਦੀ ਸੀਗੀ, ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਕਿਸੇ ਨੂੰ ਐਵੇਂ VIP ਬਣਾਓ, ਠੀਕ ਹੈ, ਪਰ ਜਿੱਥੇ ਲੋੜ ਹੈਗੀ ਉੱਥੇ ਤਾਂ ਤੁਸੀਂ ਜ਼ਰੂਰ ਦਿਓ। ਸਿੱਧੂ ਮੂਸੇਵਾਲੇ ਨੂੰ ਥ੍ਰੈਟ ਸੀਗਾ, ਲਗਾਤਾਰ ਉਹਨੂੰ ਥ੍ਰੈਟ ਸੀਗਾ। ਔਰ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਉਹਨਾਂ ਨੂੰ ਇੱਕ ਜਿਪਸੀ ਵੀ ਦਿੱਤੀ ਗਈ ਸੀ ਔਰ ਉਹਨਾਂ ਨੂੰ ਗਨਮੈਨ ਵੀ ਜਿਹੜੇ ਕਈ ਦਿੱਤੇ ਗਏ ਸੀ। ਉਹ ਇਸ ਕਰਕੇ ਨਹੀਂ ਸੀ ਕਿ ਸਿੱਧੂ ਮੂਸੇਵਾਲਾ ਕਾਂਗਰਸ ਤੋਂ ਚੋਣ ਲੜ ਰਿਹਾ ਜਾਂ ਕਾਂਗਰਸ ਤੇ ਸ਼ਾਮਲ ਹੋ ਗਿਆ, ਉਹ ਇਸ ਲਈ ਨਹੀਂ ਸੀ ਕਿ ਸਿੱਧੂ ਮੂਸੇਵਾਲਾ ਜਿਹੜਾ ਬਹੁਤ ਵੱਡਾ ਕਲਾਕਾਰ ਹੈ। ਉਹਨਾਂ ਨੂੰ ਸਿਕਿਉਰਿਟੀ ਇਸ ਕਰਕੇ ਇਸ ਤਰੀਕੇ ਦੀ ਦਿੱਤੀ ਗਈ ਸੀ ਕਿ ਵਾਕਈ ਹੀ ਉਹਨਾਂ ਨੂੰ ਜਿਹੜੇ ਉਹ ਥ੍ਰੈਟ ਹੈਗੇ ਆ। ਤੇ ਹੁਣ ਮੂਸੇਵਾਲੇ ਦੇ ਪਰਿਵਾਰ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਗਈ ਹੈ ਔਰ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਥ੍ਰੈਟਸ ਪਰਿਵਾਰ ਨੂੰ ਵੀ ਹੋ ਸਕਦਾ ਹੈ। ਪਰ ਮੈਂ ਇਹ ਕਹਿਣਾ ਕਿ ਜੇ ਇਹੀ ਸਿਕਿਉਰਿਟੀ ਜਿਵੇਂ ਅੱਜ ਇਹਨਾਂ ਨੇ ਦਿੱਤੀ ਆ, ਇਹੀ ਸਿਕਿਉਰਿਟੀ ਮੂਸੇਵਾਲੇ ਨੂੰ ਦਿੱਤੀ ਜਾਂਦੀ ਤਾਂ ਇੱਕ ਜਾਨ ਜਿਹੜੀ ਆ ਉਹ ਨਹੀਂ ਸੀ ਜਾਣੀ ਇੰਨੇ ਮਹਾਨ ਸਿੰਗਰ ਦੀ। ਹਾਂ, ਮੈਂ ਉਹੀ ਲੱਗਾ ਗੱਲ ਕਹਿਣ ਕਿ ਦੇਖੋ ਕਿ ਅੱਜ ਜਿਹੜੀ ਇਹ ਸਿਕਿਉਰਿਟੀ 5 ਸੁਰੱਖਿਆ ਮੁਲਾਜ਼ਮ, ਉਹਦੀ ਮਦਰ ਨੂੰ, ਉਸਦੇ ਫਾਦਰ ਨੂੰ ਔਰ ਇੱਕ ਪਾਇਲਟ ਗੱਡੀ ਜਿਹੜੀ ਦਿੱਤੀ ਗਈ ਆ, ਉਸਦੇ ਦੇਣ ਦੀ ਹੁਣ ਕੋਈ ਤੁੱਕ ਜਿਹੜੀ ਹੈ ਮੈਨੂੰ ਨਜ਼ਰ ਨਹੀਂ ਆਉਂਦੀ ਕਿ ਇਹ ਸਭ ਕੁਝ
ਜੋ ਕੁਝ ਹੁਣ ਕੀਤਾ ਜਾ ਰਿਹਾ, ਇਸ ਕਰਨ ਦਾ ਮਤਲਬ ਕੀ ਹੈ, ਇਸ ਦਾ ਅਰਥ ਕੀ ਰਹਿ ਜਾਂਦਾ? ਕੀ ਇਸ ਦਾ ਅਰਥ ਇਹ ਸੀ ਕਿ ਸਿੱਧੂ ਮੂਸੇਵਾਲ ਦੀ ਸਿਕਿਉਰਿਟੀ ਲੈ ਕੇ ਉਸ ਦਾ ਕਤਲ ਹੋ ਜਾਵੇ, ਬਾਅਦ ਵਿੱਚ ਉਸਦੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਜਾਵੇ? ਇਸ ਦਾ ਕੋਈ ਅਰਥ, ਕੋਈ ਤੁਕ ਜਿਹੜੀ ਆਪਾਂ ਨੂੰ ਬਣਦੀ ਨਹੀਂ ਆ, ਕਿਉਂਕਿ ਜਿਨ੍ਹਾਂ ਮਾਪਿਆਂ ਦਾ, ਜਿਨ੍ਹਾਂ ਦਾ ਪੁੱਤ, ਜਵਾਨ ਪੁੱਤ ਚਲਾ ਗਿਆ, ਜਿਸ ਦੀ ਯਾਦ ਵਿੱਚ ਅੱਜ ਅੰਤਮ ਚਲੋ ਅਰਦਾਸ ਹੋਣੀ ਹੈ। ਅੰਕਲ ਇਹ ਵੀ ਆਪਾਂ ਕਹਿ ਦਈਏ ਕਿ ਚਲੋ ਆਪਾਂ ਇਹ ਨਹੀਂ ਸੀ ਕਹਿੰਦੇ ਕਿ ਇਹਨਾਂ ਨੇ ਕਤਲ ਕਰਨ ਦੇ ਵਾਸਤੇ ਜਿਹੜੀ ਆ ਇਹਨਾਂ ਨੇ ਸਿਕਿਉਰਿਟੀ ਜਿਹੜੀ ਲਈ ਸੀ, ਪਰ ਉਹ ਸਿਕਿਉਰਿਟੀ ਜਿਹੜੀ ਲਈ ਗਈ ਉਹ ਕਤਲ ਦਾ ਕਾਰਨ ਬਣੀ, ਕਿਉਂਕਿ ਇਹਨਾਂ ਨੇ ਸਿਰਫ ਔਰ ਸਿਰਫ ਇੱਕ ਜਿਹੜੀ ਹੋਸ਼ੀ ਰਾਜਨੀਤੀ ਕੀਤੀ ਸੀਗੀ ਕਿ ਇਹ ਬੰਦਾ ਸਾਡੇ ਏਡਾ ਵੱਡਾ ਸਿੰਗਰ ਆ, ਇਹ ਸਾਡੀ ਪਾਰਟੀ ਦੇ ਖਿਲਾਫ ਇਲੈਕਸ਼ਨ ਲੜਿਆ, ਇਹਦੀ ਜਿਹੜੀ ਸਿਕਿਉਰਿਟੀ ਵਾਪਸ ਲੈ ਕੇ ਇਹਦੀ ਬੇਇੱਜ਼ਤੀ ਕਰੀਏ। ਇਹਨਾਂ ਨੇ ਇਹ ਕੀਤਾ ਸੀ, ਪਰ ਹੋ ਗਿਆ ਇਹਨਾਂ ਦੀ ਸੋਚ ਤੋਂ ਵੀ ਵੱਧ ਕੇ ਕਤਲ ਹੋ ਗਿਆ, ਔਰ ਇਹਨਾਂ ਦੀ ਇਹ ਕੁਝ ਜਿਹੜੀ ਰਾਜਨੀਤੀ ਸੀ ਉਹਦੇ ਕਤਲ ਦਾ ਕਾਰਨ ਬਣ ਗਈ। ਮੈਂ ਸੁਖਵਿੰਦਰ ਜੀ ਉਹ ਹੀ ਕਹਿ ਰਿਹਾ ਕਿ ਇਹ ਸਰਕਾਰ ਦਾ ਅਨਾੜੀਪਨ ਸੀ ਜਾਂ ਸਰਕਾਰ ਦੀਆਂ ਹੋਸ਼ੀਆਂ ਹਰਕਤਾਂ ਸੀ ਕਿ ਸਭ ਕੁਝ ਹੋ ਜਾਣ ਤੋਂ ਬਾਅਦ ਕਿ ਜੋ ਕੁਝ ਹੋ ਗਿਆ, ਹੁਣ ਮੈਂ ਉਸ ਪ੍ਰਸ਼ਨ ਦਾ ਸੁਖਵਿੰਦਰ ਜੀ ਉੱਠੇਗਾ ਕਿ ਅੱਜ ਇਹ ਸਿਕਿਉਰਿਟੀ ਦੇਣ ਦਾ ਕੀ ਮੰਤਵ ਆ? ਜਿਨ੍ਹਾਂ ਦਾ ਜਵਾਨ ਪੁੱਤ ਚਲਾ ਗਿਆ, ਉਹ ਤਾਂ ਕਹਿੰਦੇ, ਅੱਜ ਵੀ ਕਹਿੰਦੇ ਕਿ ਜਿਨ੍ਹਾਂ ਨੇ ਉਹਨੂੰ ਗੋਲੀ ਮਾਰੀ, ਸਾਨੂੰ ਵੀ ਇੱਕ ਗੋਲੀ ਮਾਰ ਜੋ। ਕੀ ਉਹ ਪਰਿਵਾਰ, ਕੀ ਉਹ ਜੀ ਤੁਸੀਂ ਅੱਜ ਦੀ ਤਰੀਕ 'ਚ ਜਿੰਦਾ ਮਹਿਸੂਸ ਕਰਦੇ ਜੇ ਮਾਪਿਓ? ਕੀ ਉਹ ਜਿੰਦਾ ਹੋਣਗੇ? ਕੀ ਉਹਨਾਂ ਨੂੰ ਇਹੋ ਜਿਹੀ ਸੁਰੱਖਿਆ ਦੀ ਲੋੜ ਹੈਗੀ ਆ ਕਿ ਜਿਨ੍ਹਾਂ ਦਾ ਜਵਾਨ ਪੁੱਤ ਜਿਹੜਾ ਸਿਰੇ ਤੁਰ ਗਿਆ ਤੇ ਜਿਸਨੇ ਮੁੜ ਕੇ ਕਦੇ ਵਾਪਸ ਨਹੀਂ ਪਰਤਣਾ, ਉਹਨਾਂ ਭਾਈ Z+ ਸਿਕਿਉਰਿਟੀ ਦੇ ਦਿਓ, ਉਹਨਾਂ ਨੇ ਸਿਕਿਉਰਿਟੀ ਨੂੰ ਕੀ ਕਰਨਾ? ਜਿਸ ਤਰੀਕੇ ਦਾ ਉਹਨਾਂ ਦੇ ਹਾਲਾਤ ਨੇ, ਜਦੋਂ ਘਰ ਦੇ ਵਿੱਚ ਕੋਈ ਵੇਟ ਇੰਤਜ਼ਾਰ ਕਰਨ ਵਾਲੇ ਨਹੀਂ ਰਹਿ ਗਿਆ, ਤਾਂ ਇਹ ਸਿਕਿਉਰਿਟੀ ਦਾ ਦੇਣ ਦਾ ਮਨੋਰਥ ਕੀ? ਹਾਂ, ਇਹ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ ਸੀ ਸਿੱਧੂ ਮੂਸੇਵਾਲ ਨੂੰ, ਜਿਹੜੀ ਤੁਸੀਂ ਸਥਿਤੀ ਬਿਆਨ ਕਰ ਰਹੇ ਜੇ। ਫਿਰ ਲੱਗਦਾ ਸੀ ਕਿ ਹਾਂ ਭਈ ਇਹ ਸਰਕਾਰ ਲੋਕਾਂ ਵਾਸਤੇ ਤੇ ਆਮ ਬੰਦੇ ਦੀ ਸਰਕਾਰ ਆ, ਆਮ ਵਿਅਕਤੀ ਦੀ ਜਾਨ ਮਾਲ ਕਰਨ ਦੀ ਰਾਖੀ ਦੀ ਸਰਕਾਰ ਜ਼ਿੰਮੇਵਾਰ ਆ। ਪਰ ਉਸ ਵਕਤ ਸਰਕਾਰ ਜਿਹੜੀ ਆਪਣੀਆਂ ਹੋਸ਼ੀਆਂ ਹਰਕਤਾਂ ਤੇ ਹੋਸ਼ੀ ਰਾਜਨੀਤੀ ਤੇ ਉਤਰੀ ਸੀ, ਜਿਸ ਦਾ ਸਿੱਟਾ ਕੀ ਹੋਇਆ ਕਿ ਇੱਕ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਬਰਕਤ ਚਲਾ ਗਿਆ। ਇੱਥੇ ਗਾਇਕ ਦੀ ਆਪਾਂ ਗੱਲ ਨਾ ਵੀ ਕਰੀਏ, ਇੱਕ ਇਨਸਾਨ, ਇੱਕ ਵਿਅਕਤੀ ਗਿਆ। ਹਰ ਵਿਅਕਤੀ ਦੀ ਜਿਹੜੀ ਜ਼ਿੰਮੇਵਾਰੀ ਆ, ਭਾਵੇਂ ਉਹ ਟੌਪ ਦਾ ਹੈ, ਭਾਵੇਂ ਉਹ ਥੱਲੜੇ ਨਿਮਨ ਵਰਗ ਦਾ, ਕਿਸੇ ਵੀ ਵਰਗ ਦਾ, ਉਸਦੇ ਜਾਨ ਮਾਲ ਦੇ ਹਿਫਾਜ਼ਤ ਦੀ ਰਾਖੀ ਕਰਨਾ ਸਰਕਾਰ ਦਾ ਮੁੱਢਲਾ ਫਰਜ਼ ਆ। ਸਿੱਧੂ ਮੂਸੇਵਾਲੇ ਦੀ ਥਾਂ ਤੇ ਕੋਈ ਦੂਜਾ ਵਿਅਕਤੀ ਵੀ ਹੋ ਸਕਦਾ, ਜੇਕਰ ਉਹਦੇ ਨਾਲ ਉਹਦਾ ਵੀ ਨਹੀਂ ਕਰ ਇਹੋ ਜਿਹਾ ਹੀ ਹੋਣਾ ਚਾਹੀਦਾ। ਜ਼ਰੂਰੀ ਨਹੀਂ ਕਿ ਸਿੱਧੂ ਮੂਸੇਵਾਲਾ ਇਸ ਸਰਕਾਰ ਦੀ ਸਿਕਿਉਰਿਟੀ ਲੈ ਲਈ ਕੋਈ ਵੀ ਵਿਅਕਤੀ ਹੋ ਸਕਦਾ। ਤਾਂ ਇੱਥੇ ਸਰਕਾਰ ਬਿਲਕੁਲ ਮੈਂ ਗੱਲ ਕਰਨਾ ਚਾਹੂੰਗਾ ਕਿ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਵਾਪਸ ਦੇਤੀ ਸਿਕਿਉਰਿਟੀ, ਪਹਿਲਾਂ ਤਾਂ ਇਹਨਾਂ ਨੇ ਆਪਣੀ ਪਿੱਠ ਥਾਪੜੀ, ਜਿਵੇਂ ਆਪਾਂ ਪੋਸਟ ਦਿਖਾਈ ਹੈ, ਪਹਿਲਾਂ ਤਾਂ ਇਹਨਾਂ ਨੇ ਆਪਣੀ ਪਿੱਠ ਥਾਪੜੀ ਕਿ ਦੇਖੋ ਕਿ ਭਾਈ ਅਸੀਂ ਜਿਹੜਾ VIP ਜਿਹੜਾ ਸਿਸਟਮ ਉਹ ਖਤਮ ਕਰਤਾ। ਹਾਲਾਂਕਿ ਆਪਣੇ ਪਰਿਵਾਰਾਂ ਨੂੰ ਤੇ ਆਪਣੇ ਆਕਾਵਾਂ ਨੂੰ ਤਾਂ ਸਿਕਿਉਰਿਟੀ ਵੱਡੇ ਪੱਧਰ ਤੇ ਦਿੱਤੀ ਸੀ, ਪਰ ਇਹਨਾਂ ਨੇ ਕੋਝੀ ਰਾਜਨੀਤੀ ਨੂੰ ਇਸ ਵਾਲੇ ਪਾਸੇ ਨੂੰ ਵਰਤਿਆ ਕਿ ਅਸੀਂ ਇਹਨਾਂ ਤੋਂ ਗਨਮੈਨ ਲੈ ਕੇ ਜਿਹੜਾ VIP ਕਲਚਰ ਹੀ ਪੰਜਾਬ ਦੇ ਵਿੱਚ ਖਤਮ ਕਰ ਦਿੱਤਾ। VIP ਕਲਚਰ ਤਾਂ ਖਤਮ ਤਾਂ ਹੋਵੇ ਨਾ ਕਿ ਉਹਨਾਂ ਤੋਂ ਲੈਣੀ ਹੋਵੇ ਤੇ ਕਿਸੇ ਨੂੰ ਦਿੱਤੀ ਨਾ ਹੋਵੇ, ਆਪਦੇ ਵਾਲਿਆਂ ਨੂੰ ਦੇਤੀ, ਉਹਨਾਂ ਤੋਂ ਲੈ ਲਈ। ਇਹ ਤਾਂ ਪਿਛਲੀਆਂ ਸਰਕਾਰਾਂ ਵੀ ਜਿਹੜੀਆਂ ਕਰਦੀਆਂ ਆਈਆਂ ਨੇ। ਔਰ ਅਨਕੀ ਸਾਹਿਬ, ਦੂਜੀ ਗੱਲ ਇਹ, ਇਹਨਾਂ ਨੇ ਜਿਸ ਤਰੀਕੇ ਨੇ ਕਿਹਾ, DGP ਨੇ ਕਿਹਾ, ਸਰਕਾਰ ਨੇ ਕਿਹਾ, ਤੁਹਾਨੂੰ ਪਤਾ DGP ਆਪ ਜਿਹੜਾ ਬਿਆਨ ਨਹੀਂ ਦੇ ਸਕਦਾ ਸਰਕਾਰ ਤੋਂ ਬਿਨਾਂ, ਮੁੱਖ ਮੰਤਰੀ ਤੋਂ ਬਿਨਾਂ ਜਾਂ ਉਹਨਾਂ ਦੇ ਆਕਾ ਤੋਂ ਬਿਨਾਂ। ਉਹਨਾਂ ਤੋਂ ਬਿਆਨ ਜਿਹੜਾ ਦਵਾਇਆ ਗਿਆ ਕਿ ਭਾਈ ਤੂੰ ਇਹ ਗੱਲ ਕਹਿ ਕਿ ਅਸੀਂ ਤਾਂ ਘੱਲੂ ਘਾਰੇ ਕਰਕੇ ਵਾਪਸ ਲਈ ਸੀ। ਹੁਣ ਜਵਾਬ ਇੱਥੇ ਅਨਕੀ ਸਾਹਿਬ ਇਹਨਾਂ ਦਾ ਇਹ ਬਣਦਾ ਹੈ ਕਿ ਜਿਹੜੇ ਭਗਵੰਤ ਮਾਨ ਦੇ ਮਾਤਾ ਜੀ ਕੋਲੇ ਸਿਕਿਉਰਿਟੀ ਆ, ਉਹਦੇ ਵਿੱਚੋਂ ਕਿੰਨੇ ਬੰਦੇ ਘੱਲੂ ਘਾਰੇ ਲਈ ਵਾਪਸ ਬੁਲਾਏ ਗਏ? ਭਗਵੰਤ ਮਾਨ ਦੇ ਭੈਣ ਜੀ ਆ, ਉਹਨਾਂ ਕੋਲੋਂ ਕਿੰਨੇ ਜਿਹੜੇ ਆ ਵਾਪਸ ਬੁਲਾਏ ਗਏ? ਚਲੋ ਪਰਿਵਾਰ ਦੇ ਤੌਰ ਤੇ ਆਪਾਂ ਮੰਨ ਵੀ ਲੈਂਦੇ ਹਾਂ ਕਿ ਪ੍ਰੋਟੋਕਾਲ ਜਿਹੜਾ ਬਣ ਜਾਂਦਾ ਹੈ CM ਦਾ ਪਰਿਵਾਰ ਹੈ, ਇਹ ਵੀ ਗੱਲ ਨੂੰ ਆਪਾਂ ਛੱਡ ਦਿੰਦੇ ਹਾਂ। ਅਰਵਿੰਦ ਕੇਜਰੀਵਾਲ ਜਿਹੜਾ ਕਿਸੇ ਦੂਜੇ ਸੂਬੇ ਦਾ ਮੁੱਖ ਮੰਤਰੀ ਹੈ, ਉਹਨੂੰ ਪਹਿਲੀ ਤਾਂ ਗੱਲ ਆ 90 ਬੰਦੇ ਦੇਣ ਦਾ ਮਤਲਬ ਕੀ ਬਣਦਾ? ਬੇਸ਼ੱਕ ਇਹਨਾਂ ਦਾ ਆਕਾ ਹੋਵੇ, ਪਰ ਹੈ ਕਿਸੇ ਦੂਜੇ ਸੂਬੇ ਦਾ ਮੁੱਖ ਮੰਤਰੀ, ਉਹ ਆਪਣੇ ਸੂਬੇ ਤੋਂ ਲਵੇ, ਤਾਂ ਉਹਦੀ ਸਿਕਿਉਰਿਟੀ ਦੇ ਵਿੱਚੋਂ ਇਹਨਾਂ ਨੇ ਕਿੰਨੇ ਬੰਦੇ ਵਾਪਸ ਬੁਲਾਏ ਉਹ ਜਿਹੜਾ ਦੱਸਣ। ਰਾਜ ਸਭਾ ਮੈਂਬਰ ਪੰਜਾਬ ਦੇ ਵਿੱਚ ਬਹੁਤ, ਅਣਖੀ ਸਾਹਿਬ ਰਾਜ ਸਭਾ ਮੈਂਬਰ ਨੇ, ਕਿਹਦੇ ਕੋਲੇ ਪੰਜਾਬ ਪੁਲਿਸ ਦੇ ਬੰਦਿਆਂ ਦੀ 45-50 ਬੰਦੇ ਹੈਗੇ ਆ, ਚਾਹੇ ਉਹ ਦੂਲੋ ਸੀਗੇ ਰਾਜ ਸਭਾ ਮੈਂਬਰ, ਚਾਹੇ ਉਹ ਭੂੰਦੜ ਸੀਗੇ ਰਾਜ ਸਭਾ ਮੈਂਬਰ, ਪ੍ਰਤਾਪ ਸਿੰਘ ਬਾਜਵੇ ਕੋਲੇ ਮੇਰੇ ਖਿਆਲ 'ਚ Z+ ਸੁਰੱਖਿਆ ਸੀਗੀ, ਉਹਨੂੰ ਆਪਾਂ ਜੇ ਛੱਡ ਦਈਏ, Z+ ਨੂੰ ਛੱਡ ਦਈਏ, ਤਾਂ ਪੰਜਾਬ ਪੁਲਿਸ ਦੇ ਕਿਹੜੇ ਰਾਜ ਸਭਾ ਮੈਂਬਰ ਕੋਲੇ, ਪਿਛਲੀਆਂ ਸਰਕਾਰਾਂ ਵਾਲਿਆਂ ਕੋਲੇ ਵੀ ਕਿਸੇ ਰਾਜ ਸਭਾ ਮੈਂਬਰ ਕੋਲੇ 45 ਪੰਜਾਬ ਪੁਲਿਸ ਦੇ ਗਨਮੈਨ ਅਣਖੀ ਸਾਹਿਬ ਮੈਨੂੰ ਨਹੀਂ ਲੱਗਦਾ ਹੈਗੇ ਸੀ। ਤਾਂ ਉਹ ਦੱਸਣਾ ਚਾਹੀਦਾ ਹੈ ਕਿ ਇਹਨਾਂ ਤੋਂ ਤਾਂ ਠੀਕ ਆ, ਜਿਨ੍ਹਾਂ ਕੋਲੇ 1-2 ਸੀ ਉਹਨਾਂ ਦਾ 1 ਲੈ ਲਿਆ, ਜਿਨ੍ਹਾਂ ਦੇ ਕੋਲੇ 4 ਸੀ ਉਹਨਾਂ ਤੋਂ 2 ਲੈ ਲਏ, ਪਰ ਜਿਨ੍ਹਾਂ ਕੋਲੇ 45 ਸੀ, 90 ਸੀ, ਉਹਨਾਂ ਤੋਂ ਕਿੰਨੇ ਲਏ ਆ? ਇਹ ਵੀ ਜਿਹੜਾ ਇਹਨਾਂ ਨੂੰ ਦੱਸਣਾ ਬਣਦਾ। ਬਿਲਕੁਲ ਜੀ, ਬਿਲਕੁਲ। ਹੁਣ ਰਾਘਵ ਚੱਡੇ ਦੀ ਸੰਬੰਧੀ ਸਿਕਿਉਰਿਟੀ ਸੰਬੰਧੀ ਜਿਹੜੀ ਗੱਲ ਚੱਲ ਰਹੀ ਹੈ, ਉਸ ਕੋਠੀ ਦੇ ਆਲੇ ਦੁਆਲੇ 4 ਟਾਵਰ ਜਿਹੜੇ ਕਹਿੰਦੇ ਨੇ ਕਿ ਉਹ
ਜਿਹੜੇ ਓਪੀ ਟਾਵਰ ਹੁੰਦੇ ਨੇ ਉਹ ਲਗਾ ਦਿੱਤੇ ਗਏ ਆ। ਹਾਲਾਂਕਿ ਉਸ ਵਿਅਕਤੀ ਨੂੰ ਪੰਜਾਬ ਦੇ ਵਿੱਚ ਕਾਹਦਾ ਖਤਰਾ, ਰਾਘਵ ਚੱਡਾ ਪੰਜਾਬ ਦੀ ਕਿਸੇ ਵੀ ਚੀਜ਼ ਨਾਲ ਸੰਬੰਧਿਤ ਨਹੀਂ ਰਿਹਾ, ਪਰ ਉਹਦੀ ਸਿਕਿਉਰਿਟੀ ਇੰਨੀ ਟਾਈਟ ਕਰ ਦਿੱਤੀ ਗਈ ਆ। ਦੂਜੇ ਬੰਦੇ ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ, ਪੰਜਾਬ ਪੁਲਿਸ ਨੇ ਖੁਦ, ਪੰਜਾਬ ਸਰਕਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਅਸੀਂ ਆਪਣੇ ਜਿਹੜੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਦੇਣਾ ਚਾਹੁੰਦੇ ਆ, ਜਦੋਂ ਕਿ ਦਿੱਲੀ ਸਰਕਾਰ ਨੇ ਇਸ ਗੱਲ ਨੂੰ ਡਿਨਾਈ ਕਰਤਾ। ਉਹਨੇ ਕਿਹਾ ਕਿ ਠੀਕ ਹੈ, ਜੇ ਖਤਰੇ ਦਾ ਕੋਈ ਇਨਪੁਟ ਹੈ ਤਾਂ ਉਹ ਸਾਨੂੰ ਦੱਸੋ। ਕਹਿਣ ਦਾ ਅਰਥ ਹੈ ਕਿ ਇਹ ਜੋ ਵੀ ਕੁਝ ਹੋਇਆ ਇਹ ਸਰਕਾਰ ਦਾ ਅਨਾੜੀਪਨ ਸੀ। ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਇਹ ਗੱਲ ਕਹਿੰਦੇ ਰਹੇ ਆ, ਸਟੇਜ ਤੇ ਸਰਕਾਰ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ। ਸਟੇਜ ਤੇ ਤੁਸੀਂ ਚਲਾ ਲਈ, ਪਰ ਜਦੋਂ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਸਰਕਾਰ ਨੂੰ ਚਲਾਉਂਦੀ ਆ, ਤੁਸੀਂ ਲੋਕਾਂ ਦੀ ਜਾਨ ਤੇ ਮਾਲ ਦੇ ਹਿਫਾਜ਼ਤ ਦੀ ਰਾਖੀ ਕਰਨੀ ਆ, ਤਾਂ ਫਿਰ ਪੈਮਾਨਾ ਜਿਹੜਾ ਤੁਹਾਨੂੰ ਫਿਰ ਇੱਕ ਫਿੱਟ ਕਰਨਾ ਪਏਗਾ, ਚਾਹੇ ਉਹ ਅਰਵਿੰਦ ਕੇਜਰੀਵਾਲ, ਚਾਹੇ ਉਹ ਰਾਘਵ ਚੱਡਾ ਹੋਵੇ ਤੇ ਚਾਹੇ ਉਹ ਸਿੱਧੂ ਮੂਸੇਵਾਲਾ ਹੋਵੇ। ਪੈਮਾਨਾ ਤੁਹਾਡਾ ਇੱਕ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਡਾ ਉਹਨਾਂ ਵਾਸਤੇ ਕੁਝ ਹੋਰ ਆ, ਉਹਨਾਂ ਵਾਸਤੇ ਕੁਝ ਹੋਰ ਆ। ਤੇ ਸ਼ਾਇਦ ਇਸੇ ਹੀ ਕਾਰਨ ਸਰਕਾਰ ਦੀ ਇਸੇ ਮੈਂ ਅਨਾੜੀਪਨ ਕਹਾਂਗਾ, ਅਨੁਭਵਹੀਨਤਾ ਦੀ ਜਿਹੜੀ ਕਮੀ ਆ, ਚਾਹੇ ਉਹ ਸੀਐਮ ਭਗਵੰਤ ਮਾਨ ਹੋਣੀ ਹੋਣ, ਚਾਹੇ ਡੀਜੀਪੀ ਹੋਵੇ, ਚਾਹੇ ਕੋਈ ਵੀ ਹੋਵੇ, ਜ਼ਰੂਰੀ ਆ ਕਿ ਇਹ ਜੇਕਰ ਅਨੁਭਵ ਹੁੰਦਾ ਤਾਂ ਇਹੋ ਜਿਹੇ ਇਸ਼ਤਿਹਾਰ ਅਖਬਾਰਾਂ 'ਚ ਨਾ ਛਪਦੇ, ਸਿਕਿਉਰਿਟੀ ਬ੍ਰੀਚ ਨਾ ਹੁੰਦੀ, ਤਾਂ ਬੰਦੇ ਦੇ ਇਸ ਤਰੀਕੇ ਨਾਲ ਖਤਰੇ ਦੀ ਗੱਲ ਵਿੱਚ ਨਾ ਪੈਂਦੀ। ਪਰ ਸੁਖਵਿੰਦਰ ਜੀ, ਸਭ ਤੋਂ ਹਾਸੇ ਦੀ ਗੱਲ ਇਹ ਆ ਕਿ ਸਾਰਾ ਕੁਝ ਖਤਮ ਹੋ ਗਿਆ। ਹੁਣ ਸਰਕਾਰ ਫਿਰ ਉਹਨਾਂ ਨੂੰ ਸੁਰੱਖਿਆ ਮੁਲਾਜ਼ਮ ਦੇ ਰਹੀ ਆ। ਉਹ ਸੁਰੱਖਿਆ ਮੁਲਾਜ਼ਮ ਦੇਣ ਦਾ ਕੀ ਅਰਥ ਹੈ ਕਰਦਾ? ਕੀ ਉਹ ਸੁਰੱਖਿਆ ਮੁਲਾਜ਼ਮ ਜਦੋਂ ਸਿੱਧੂ ਮੂਸੇਵਾਲਾ ਦਾ ਮਾਤਾ ਪਿਤਾ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਸਿੱਧਾ ਭਗਵੰਤ ਮਾਨ ਨੂੰ ਉਦੋਂ ਇਹ ਗੱਲ ਕਹਿਤੀ ਸੀ ਕਿ ਜੇ ਤੁਸੀਂ ਸੁਰੱਖਿਆ ਵਾਪਸ ਨਾ ਲੈਂਦੇ ਤਾਂ ਅੱਜ ਮੇਰਾ ਪੁੱਤ ਜਿੰਦਾ ਹੁੰਦਾ। ਉਦੋਂ ਸਿੱਧਾ ਮੂੰਹ ਤੇ ਭਗਵੰਤ ਮਾਨ ਨੂੰ ਇਹ ਗੱਲ ਕਹੀ ਗਈ। ਹੁਣ ਏਡਾ ਵੱਡਾ ਪ੍ਰਸ਼ਨ ਜਿਹੜਾ, ਏਡਾ ਵੱਡਾ ਇਲਜ਼ਾਮ ਜਿਹੜਾ, ਇਹ ਕੇਵਲ ਸਿੱਧੂ ਮੂਸੇਵਾਲੇ ਦੇ ਫਾਦਰ ਦਾ ਨਹੀਂ, ਆਮ ਜਿਹੜੇ ਪੜ੍ਹੇ ਲਿਖੇ ਲੋਕ ਨੇ, ਬੁੱਧੀਜੀਵੀ ਵਰਗਾ ਆਮ ਸਧਾਰਨ ਵਿਅਕਤੀ ਵੀ ਇਸ ਗੱਲ ਦਾ ਕਤਲ ਦੇ ਆ, ਇਸ ਜ਼ਿੰਮੇਵਾਰੀ ਜਿਹੜੀ ਹੈ ਕਿਸਮ ਦੀ ਸਰਕਾਰ ਦੇ ਨਿਸ਼ਚਿਤ ਕਰਦਾ। ਤਾਂ ਸ਼ਾਇਦ ਸਰਕਾਰ ਇਸੇ ਹੀ ਕਾਰਨ ਉਦੋਂ ਦੀ ਬੈਕਫੁੱਟ ਤੇ ਗਈ ਆ, ਹੱਥਾਂ ਪੈਰਾਂ ਦੀ ਪਈ ਆ। ਕਦੇ ਜਾ ਕੇ ਜਥੇਦਾਰ ਹਰਪ੍ਰੀਤ ਦੇ ਤਰਲੇ ਮਿੰਨਤਾਂ ਕਰਦੀ ਗਈ ਸਾਡੇ ਕੋਲ ਸਕੂਟੀ ਲੈ ਲਓ, ਕਦੇ ਉਹਦੇ ਮਾਤਾ ਪਿਤਾ ਨੂੰ, ਮੂਸੇਵਾਲੇ ਦੇ ਮਾਤਾ ਪਿਤਾ ਨੂੰ ਸਕੂਟੀ ਦੇਣ ਦੀ ਗੱਲ ਐਲਾਨ ਕਰ ਦਿੱਤਾ ਗਿਆ। ਮੈਂ ਇੱਕ ਗੱਲ ਵਿੱਚੋਂ ਰਹਿ ਗਈ ਸੀ, ਮੈਂ ਕਹਿਣ ਲੱਗਾ ਕਿ ਕੀ ਇਹ ਸੁਰੱਖਿਆ ਮੁਲਾਜ਼ਮ ਜਦੋਂ ਉਹ ਸੁਰੱਖਿਆ ਘੇਰਾ ਉਹਦੇ ਮਾਪਿਓ ਦੇ ਦੁਆਲੇ ਬਣਾਉਣਗੇ ਜਾਂ ਲੈ ਕੇ ਚੱਲਣਗੇ, ਤਾਂ ਕੀ ਉਸ ਵਕਤ ਉਹਨਾਂ ਨੂੰ ਆਪਣਾ ਪੁੱਤ ਯਾਦ ਨਹੀਂ ਆਏਗਾ ਕਿ ਇਹ ਜੇਕਰ ਸਾਡੇ ਪੁੱਤ ਦੇ ਦੁਆਲੇ ਹੁੰਦੇ ਤਾਂ ਸਾਡਾ ਪੁੱਤ ਅੱਜ ਜਿੰਦਾ ਹੁੰਦਾ? ਸੁਖਵਿੰਦਰ ਜੀ, ਜਿਨ੍ਹਾਂ ਦਾ ਜਵਾਨ ਪੁੱਤ ਮਰ ਜਾਂਦਾ, ਜਿਨ੍ਹਾਂ ਦਾ ਜਵਾਨ ਪੁੱਤ ਮਰ ਗਿਆ, ਜਿਨ੍ਹਾਂ ਸਿਵਿਆ ਸੇਕ ਹੈ ਜਵਾਨ ਪੁੱਤ ਦਾ, ਉਹਨਾਂ ਨੂੰ ਸੁਰੱਖਿਆ ਉਹਨਾਂ ਨੇ ਕੀ ਕਰਨੀ? ਉਹ ਤਾਂ ਜੀਦੇ ਹੀ ਮਰ ਗਏ। ਤਾਂ ਉਹ ਜੀਦੇ ਜਿਹੜੇ ਮਰ ਗਏ ਨੇ, ਉਹਨਾਂ ਨੂੰ ਜਿਉਂ ਹੋਰ ਉਹਨਾਂ ਦੇ ਜ਼ਖਮਾਂ ਦੇ ਲੂਣ ਕਾਹਦਾ ਛਿੜਕਣਾ? ਸਰਕਾਰ ਨੂੰ ਇਹ ਚਾਹੀਦਾ ਕਿ ਠੀਕ ਹੈ, ਤੁਸੀਂ ਹੁਣ ਆਪਣਾ ਫਰਜ਼ ਲੋਕਾਚਾਰੀ ਨਿਭਾ ਰਹੇ ਜੇ, ਇਹ ਫਰਜ਼ ਪਹਿਲਾਂ ਨਿਭਾਉਣੇ ਚਾਹੀਦੇ ਸੀ। ਤੇ ਹੁਣ ਵੀ ਇਹ ਜ਼ਰੂਰੀ ਆ ਕਿ ਸਰਕਾਰ ਇਹੋ ਜਿਹੀਆਂ ਹੋਸ਼ੀਆਂ ਹਰਕਤਾਂ ਨੂੰ ਬੰਦ ਕਰਕੇ ਸਹੀ ਤੌਰ ਤੇ ਸਰਕਾਰ ਹੋਣ ਦਾ ਪ੍ਰਮਾਣ ਪੇਸ਼ ਕਰੇ, ਤਾਂ ਜੋ ਪੰਜਾਬ ਦੇ ਲੋਕ ਜਿਨ੍ਹਾਂ ਨੇ ਇੱਕ ਬਦਲਾਅ ਦੀ ਰਾਜਨੀਤੀ ਦੇ ਤਹਿਤ ਇਹਨਾਂ ਨੂੰ ਲਿਆਂਦਾ, ਘੱਟੋ ਘੱਟ ਕੋਈ ਸੁੱਖ ਦੇ 2 ਜਾਂ 4 ਦਿਨ ਜਿਹੜੇ ਉਹ ਬਤੀਤ ਕਰ ਸਕਣ। ਨਹੀਂ ਤਾਂ ਦੂਜੇ ਪਾਸੇ ਚਾਹੇ ਉਹ ਵਿਰੋਧੀ ਪਾਰਟੀਆਂ ਹੋਣ, ਚਾਹੇ ਧਾਰਮਿਕ ਜਥੇਬੰਦੀਆਂ ਹੋਣ, ਜਿਸ ਤਰੀਕੇ ਦੇ ਉਹਨਾਂ ਵੱਲੋਂ ਐਲਾਨ ਕੀਤੇ ਜਾ ਰਹੇ ਆ, ਜਿਸ ਤਰੀਕੇ ਨਾਲ ਪਵਿੱਤਰ ਸਥਾਨਾਂ ਤੋਂ ਹੁਕਮਨਾਮੇ ਜਾਰੀ ਕਰਕੇ ਇਹ ਸਿੱਖ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਜਾਂ ਇਹੋ ਜਿਹੇ ਅਪੀਲਾਂ ਕੀਤੀਆਂ ਜਾ ਰਹੀਆਂ ਕਿ ਸ਼ਸਤਰਬੱਧ ਹੋ, ਤੇ ਜੇਕਰ ਸਾਰਾ ਕੁਝ ਸ਼ਸਤਰਬੱਧ ਹੀ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਇਹ ਜਿੰਨੇ ਇਹ ਅਗਨਬੋਟ ਜਿਹੜੇ ਹੋਣਗੇ ਕਿੱਧਰ ਨੂੰ ਚੱਲਣੇ ਆ? ਇਹ ਆਪਣਿਆਂ ਦੇ ਚੱਲਣੇ ਆ। ਤਾਂ ਫਿਰ ਸਰਕਾਰ ਕੋ ਸ਼ਾਇਦ 5 ਸਾਲ ਕੀ ਸਰਕਾਰ ਕੋ 1 ਮਹੀਨਾ ਵੀ ਸ਼ਾਇਦ ਨਾ ਬਚੇ। ਸੋ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ, ਜਿੰਨਾ ਵੀ ਸਮਾਂ ਹੈਗਾ, ਬਥੇਰਾ ਕੁਝ ਰਾਜਨੀਤੀ ਹੋ ਗਈ ਆ, ਇਸ ਭੋਗ ਦੇ ਉੱਤੇ ਸਰਕਾਰ ਜੇ ਵਾਕਿਆ ਹੀ ਕੁਝ ਕਰਨਾ ਚਾਹੁੰਦੀ ਹੈ ਤੇ ਘੱਟ ਤੋਂ ਘੱਟ ਪੰਜਾਬ ਦੇ ਲੋਕਾਂ ਨੂੰ ਜਿਹੜੇ ਰਹਿ ਗਏ ਨੇ, ਉਹਨਾਂ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਦੇਣ ਦਾ ਦਾਅਵਾ ਤੇ ਵਾਅਦਾ ਜ਼ਰੂਰ ਕਰੇ, ਜਿਹਦੇ ਨਾਲ ਸ਼ਾਇਦ ਇਹੋ ਹੀ ਉਸ ਵਿਅਕਤੀ ਨੂੰ ਜਿਹੜਾ ਤੁਰ ਗਿਆ ਸਿੱਧੂ ਮੂਸੇਵਾਲਾ, ਉਹਨੂੰ ਇੱਕ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ ਕਿ ਹਾਂ ਭਾਈ ਮਿੱਤਰਾ, ਤੂੰ ਤੇ ਤੁਰ ਗਿਆ, ਤੇ ਬਾਕੀਆਂ ਦੀ ਸਕਿਉਰਟੀਆਂ ਵੀ ਪੱਕੀਆਂ ਤੋਂ ਤੇਰੇ ਕਰਕੇ ਹੀ ਹੋ ਜਾਣੀਆਂ ਨੇ। ਪਰ ਆਹ ਜਿਹੜੇ ਪੰਜਾਬ ਦਾ 22 ਲੱਖ ਲੋਕ ਆ, ਇਹ ਵੀ ਸ਼ਾਇਦ ਤੇਰੇ ਜਾਣ ਮਗਰੋਂ ਸੁੱਖ ਦਾ ਸਾਹ ਲੈ ਸਕਣ। ਸਰਕਾਰ ਨੂੰ ਅੱਜ ਦੇ ਦਿਨ ਉਹਦੇ ਭੋਗ ਦੇ ਉੱਤੇ ਕੋਈ ਨਾ ਕੋਈ ਇਹੋ ਜਿਹਾ ਸੰਕਲਪ ਜਿਹੜਾ ਜ਼ਰੂਰ ਲੈਣਾ ਚਾਹੀਦਾ ਜੀ। ਬਿਲਕੁਲ, ਤਾਂ ਅੱਜ ਸਿੱਧੂ ਮੂਸੇਵਾਲੇ ਦੇ ਕੁਝ ਦੇਰ ਬਾਅਦ ਜਿਹੜੇ ਆ ਭੋਗ ਸਮਾਗਮ ਸ਼ੁਰੂ ਹੋ ਜਾਣੇ ਨੇ। ਪਰਮਾਤਮਾ ਦੀ ਆਤਮਾ ਨੂੰ ਜਿਹੜੀ ਆ ਉਹ ਸ਼ਾਂਤੀ ਦੇਵੇ। ਆਰਟੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਲਾਇਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।